life. Next question है जी, the war between Chandragupta Maurya and the Nanda kings is described in A. Dipavamasa and B. Puranas, C. Mudrara Kashasha and D. none of the above. Is the correct answer है जी option number C. Mudrara Kashasha. Next question है जी, which of the following sultan of the slave dynasty did not belong to the Ilbri tribe? ਇਹ ਲਿਸਟ ਹੈ ਜੀ ਸਲੇਵ ਡਾਇਨੈਸਟੀ ਜੋ ਰੂਲਰਸ ਸੀਗੇ ਐਂਡ ਇਹਨਾਂ ਵਿੱਚੋਂ ਸਿਰਫ ਇੱਕ ਰੂਲਰ ਸੀ ਕੁਤਬਦੀਨ ਐਬਕ, ਜਿਹੜਾ ਕਿ ਇਲਬਰੀ ਟਰਾਈਬ ਨੂੰ ਬਿਲੋਂਗ ਨਹੀਂ ਕਰਦਾ ਸੀ। ਬਾਕੀ ਜੋ 8 ਰੂਲਰ ਸੀਗੇ ਉਹ ਕੀ ਸੀ ਜੋ ਇਲਬਰੀ ਟਰਾਈਬ ਨੂੰ ਬਿਲੋਂਗ ਕਰਦੇ ਸੀ। ਤਾਂ ਇਸ ਦਾ ਐਗਜ਼ੈਕਟ ਆਨਸਰ ਕੀ ਹੋਵੇਗਾ ਜੀ ਆਪਸ਼ਨ ਨੰਬਰ ਏ ਕੁਤਬਦੀਨ ਐਬਕ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਭਗਤੀ ਮੂਵਮੈਂਟ ਸੇਂਟ ਰੋਟ ਵਿਨੇ ਪੱਤਰਿਕਾ? ਵਿਨੇ ਪੱਤਰਿਕਾ ਕਿਹਨੇ ਲਿਖੀ ਸੀ ਜੀ? ਏ ਤੁਲਸੀਦਾਸ, ਬੀ ਸ਼ੰਕਰਦੇਵ, ਸੀ ਨਾਮਦੇਵ, ਡੀ ਤੁਕਰਾਮ। ਇਸ ਦਾ ਐਗਜ਼ੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਏ ਤੁਲਸੀਦਾਸ। ਨੈਕਸਟ ਕੁਐਸਚਨ ਹੈ ਜੀ, the reason behind Nana Sahib taking leadership of 1857 revolt was option A. his calm to Peshwaship was abolished, B. British refused to pay him pension earlier paid to his father Peshwa Bajirao II, C. the British humiliated him by saying that he was not a natural son of Bajirao II, D. his friendship with Mangal Pandey। is the correct answer है जी option number B. the Britishers refused to pay him pension earlier paid to the his father। ਬ੍ਰਿਟਿਸ਼ ਨੇ ਕੀ ਸੀ ਜੀ, ਉਹਨਾਂ ਨੇ ਨਾਨਾ ਸਾਹਿਬ ਦੀ ਜੋ ਪੈਨਸ਼ਨ ਸੀਗੀ ਉਹ ਬੰਦ ਕਰ ਦਿੱਤੀ ਸੀ, ਇਸ ਲਈ ਕੀ ਸੀ ਉਹ ਜੀ 1857 ਦਾ ਜੋ ਵਿਦਰੋਹ ਸੀਗਾ ਉਹਦੇ ਵਿੱਚ ਸ਼ਾਮਿਲ ਹੋ ਗਏ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਪਲੇਅਡ ਅ ਵੈਰੀ ਇੰਪੋਰਟੈਂਟ ਰੋਲ ਇਨ 1857 ਰਿਵੋਲਟ ਐਟ ਅਵਧ? ਅਵਧ ਦੀ ਜਗ੍ਹਾ 'ਤੇ 1857 ਈਸਵੀ ਦੇ ਵਿਦਰੋਹ ਵਿੱਚ ਕਿਹਨੇ ਸਭ ਤੋਂ ਮੇਨ ਭੂਮਿਕਾ ਨਿਭਾਈ ਸੀ? ਆਪਸ਼ਨ ਏ ਨਾਨਾ ਸਾਹਿਬ, ਬੀ ਤਾਤੀਆਂ ਟੋਪੇ, ਸੀ ਬਿਰਜਿਸ ਕਦਰ, ਡੀ ਬੇਗਮ ਹਜ਼ਰਤ ਮਹਿਲ। ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਬੇਗਮ ਹਜ਼ਰਤ ਮਹਿਲ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਵਾਜ਼ ਨਾਟ ਆ ਰਿਫਾਰਮ ਇੰਟਰੋਡਿਊਸਡ ਬਾਈ ਵਿਲੀਅਮ ਬੈਂਟਿਕ? ਏ ਇਵੋਲਿਸ਼ ਆਫ ਸਲੇਵਰੀ, ਬੀ ਇਵੋਲਿਸ਼ਮੈਂਟ ਆਫ ਸਤੀ, ਸੀ ਸੁਪਰੈਸ਼ਨ ਆਫ organized bands of thugs, D removal of disabilities due to change of religions। is the correct answer है जी option number A abolishment of slavery। next question है जी, which of the following revolutionary activist died in Lahore jail after 64 days of fast in 1929? ਲਾਹੌਰ ਜੇਲ੍ਹ ਵਿੱਚ ਕਿਹੜਾ ਰੈਵੋਲੂਸ਼ਨਰੀ ਸੀ ਜਿਹੜਾ ਡਾਇਡ ਹੋ ਗਿਆ ਸੀਗਾ 1929 ਦੇ ਵਿੱਚ? ਆਪਸ਼ਨ ਏ ਜਤਿਨ ਦਾਸ, ਬੀ ਮਦਨ ਲਾਲ ਢੀਂਗਰਾ, ਸੀ ਚੰਦਰਸ਼ੇਖਰ ਆਜ਼ਾਦ, ਡੀ ਬਟੂਕੇਸ਼ਵਰ ਦੱਤ। ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ ਏ ਜਤਿਨ ਦਾਸ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਵਾਜ਼ ਨਾਟ one of the people to have propounded the so-called two-nation theory prior to Pakistan resolution of Muslim League? ਇਹਨਾਂ ਵਿੱਚੋਂ ਕਿਹੜਾ ਹੈ ਜਿਹਨੇ ਕਿ ਟੂ ਨੇਸ਼ਨ ਥਿਊਰੀ ਨੂੰ ਜੋ ਪ੍ਰਾਇਓਰਟੀ ਹੈ ਉਹ ਨਹੀਂ ਦਿੱਤੀ ਸੀਗੀ? ਆਪਸ਼ਨ ਏ ਸਰ ਸੈਯਦ ਅਹਿਮਦ ਖਾਨ, ਬੀ ਬੀਰ ਸਵਰਕਰ, ਸੀ ਲॉर्ड ਕੁਰਜਨ, ਡੀ ਮੁਹੰਮਦ ਇਕਬਾਲ। ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਏ ਸਰ ਸੈਯਦ ਅਹਿਮਦ ਖਾਨ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇੰਡੀਅਨ ਰੈਵੋਲੂਸ਼ਨਰੀ ਵਾਜ਼
the author of Indian War of Independence? Option A Binayak Sarvakar, B Bipin Chandrapal, C Madan Lal Tingra, and D Bhagat Singh. Is the correct answer है जी ऑप्शन नंबर ए विनायक सावरकर। नेक्स्ट क्वेश्चन है जी अपना द प्री रिफॉर्म इकोनॉमिक पॉलिसी 1947 to 1991 was marked by option A public monopoly over heavy industry, B investment licensing for private industry, C import and substitution and export promotion strategy, D all the above। जो ਪ੍ਰੀ ਰਿਫਾਰਮ ਇਕੋਨੋਮਿਕ ਪੋਲਿਸੀ ਹੈ ਉਹਦੇ ਵਿੱਚ ਕੀ ਮਾਰਕ ਕੀਤਾ ਗਿਆ ਸੀ, ਇਹ ਜੀ ਤਿੰਨੇ ਇਸ ਦੇ ਵਿੱਚ ਮਾਰਕ ਕੀਤੇ ਗਏ ਸੀ। ਤਾਂ ਇਸ ਦਾ ਐਗਜ਼ੈਕਟ ਆਨਸਰ ਕੀ ਹੋਵੇਗਾ ਜੀ option ਨੰਬਰ ਡੀ। ਨੈਕਸਟ ਕੁਐਸਚਨ ਹੈ ਜੀ ਦ ਬੈਂਕਸ ਵਰ ਨੈਸ਼ਨਲਾਈਜ਼ਡ to option A ensure their greater penetration into unbanked/underbanked areas, B ensure their reach to unreachable, C both are right, and D both are wrong। ਜੋ ਬੈਂਕਸ ਸੀਗੀਆਂ ਉਹਨਾਂ ਦਾ ਨੈਸ਼ਨਲਾਈਜੇਸ਼ਨ ਕਿਉਂ ਕੀਤਾ ਗਿਆ ਸੀ, ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਸੀ। ਬੋਥ ਆਪਸ਼ਨਸ ਕੀ ਨੇ ਜੀ ਏ ਐਂਡ ਬੀ ਠੀਕ ਨੇਗੀਆਂ। ਬੈਂਕਸ ਨੂੰ ਕੀ ਸੀ ਜੀ 1969 ਦੇ ਵਿੱਚ ਇੰਡੀਅਨ ਗੌਰਮੈਂਟ ਦੇ ਦੁਆਰਾ 14 ਮੇਜਰ ਪ੍ਰਾਈਵੇਟ ਬੈਂਕ ਦਾ ਨੈਸ਼ਨਲਾਈਜੇਸ਼ਨ ਕੀਤਾ ਗਿਆ ਸੀ, ਠੀਕ ਹੈ ਜੀ। ਐਂਡ 1980 ਦੇ ਵਿੱਚ 6 ਮੋਰ ਪ੍ਰਾਈਵੇਟ ਬੈਂਕਸ ਦਾ ਨੈਸ਼ਨਲਾਈਜੇਸ਼ਨ ਕੀਤਾ ਗਿਆ। ਇਹ ਕਿਉਂ ਕੀਤਾ ਗਿਆ ਜੀ, ਉਹਨਾਂ ਦਾ ਇੰਜੋਰ ਕਰਨ ਵਾਸਤੇ, ਪੈਨੇਟ੍ਰੇਸ਼ਨ ਐਂਡ ਉਹਨਾਂ ਦੀ ਰੀਚ ਵਧਾਉਣ ਵਾਸਤੇ। ਨੈਕਸਟ ਕੁਐਸਚਨ ਹੈ ਜੀ ਆਪਣਾ ਇੰਡੀਅਨ ਇਕੋਨਮਿਕ ਪਲਾਨਿੰਗ ਇਜ਼ option A totalitarian in nature, B totally centralized, C essentially imperative, D none of the above। is the correct answer है जी option number D none of the above। इंडियन इकॉनमी की है जी एक मिक्सड इकॉनमी आ गई। नेक्स्ट क्वेश्चन है जी अपना द लिंक बिटवीन द इंफ्रास्ट्रक्चर एंड इकोनॉमिक डेवलपमेंट इज ऑप्शन ए अ वंस फॉर ऑल अफेयर, बी कैजुअल एंड सिम्बायोटिक, सी इनसिग्निफिकेंट, डी एन ऑनगोइंग प्रोसेस। इज द करेक्ट आंसर है जी कैजुअल एंड सिम्बायोटिक। नेक्स्ट क्वेश्चन है जी विच वन ऑफ द फॉलोइंग इज नॉट ਰਿਗਾਰਡਡ ਐਜ਼ ਆ ਸੋਸ਼ਲ ਸੈਕਟਰ ਇੰਡੀਕੇਟਰ। ਇਹਨਾਂ ਵਿੱਚੋਂ ਕਿਹੜਾ ਜੀ ਸੋਸ਼ਲ ਸੈਕਟਰ ਇੰਡੀਕੇਟਰ ਨਹੀਂ ਹੈਗਾ। ਇਸ ਦਾ ਕਰੈਕਟ ਆਨਸਰ ਹੈ ਜੀ MNP ਮੋਬਾਈਲ ਨੰਬਰ ਪੋਰਟੇਬਿਲਿਟੀ। ਇਹ ਕੀ ਹੈ ਜੀ ਸੋਸ਼ਲ ਸੈਕਟਰ ਇੰਡੀਕੇਟਰ ਨਹੀਂ ਹੈਗਾ, ਬਟ ਜੋ ਇਹ ਤਿੰਨ ਨੇ ਇਹ ਸੋਸ਼ਲ ਸੈਕਟਰ ਇੰਡੀਕੇਟਰ ਹੈਗੇ ਨੇ। ਨੈਕਸਟ ਕੁਐਸਚਨ ਹੈ ਜੀ ਦਾ new agriculture policy was presented in parliament in which year? A 1991, B 2000, C 2001, and D 2011। is the correct answer है जी option number B 2000। next question है जी India's share in world trade since 1950 has option A remained constant, B increased, C shown a mixed trend, and D decline। इसका correct answer है जी decline। इंडिया के जो शेयर्स ने वर्ल्ड ट्रेड ਦੇ ਵਿੱਚ ਉਹ ਕੀ ਨੇ ਜੀ from 1950 ਤੋਂ ਘਟਦੇ ਜਾ ਰਹੇ ਨੇ। ਨੈਕਸਟ ਕੁਐਸਚਨ ਹੈ ਜੀ ਦ ਟਰਮ ਮਿੰਨੀ ਨਵਰਤਨਾ ਇਜ਼ ਯੂਜ਼ਡ in regard to option A micro enterprises, B public sector enterprises, C small enterprises, and D cooperative enterprises। is the correct answer है जी option number B public sector enterprises। next question है जी over time the share of agriculture in GDP has
ऑप्शन ए राइजेज, बी फॉलन, सी रिमेन स्टेबल एंड डी फ्लक्चुएटेड। जो एग्रीकल्चर का GDP ਦੇ ਵਿੱਚ ਸ਼ੇਅਰ ਹੈ ਉਹ ਕੀ ਹੈ ਜੀ ਡੇ ਬਾਏ ਡੇ ਡਿਕਰੀਜ਼ ਹੁੰਦਾ ਜਾ ਰਿਹਾ ਹੈ। ਇਸ ਦਾ ਮਤਲਬ ਆਪਣਾ ਆਨਸਰ ਕੀ ਹੈ ਜੀ ਆਪਸ਼ਨ ਨੰਬਰ ਬੀ ਫਾਲਨ। ਨੈਕਸਟ ਕੁਐਸਚਨ ਹੈ ਜੀ ਇਨ ਵਿਚ 5 ਈਅਰ ਪਲਾਨ ਪਾਵਰਟੀ ਰਿਮੂਵਲ ਵਾਜ਼ ਗਿਵਨ ਟॉप ਪ੍ਰਾਇਓਰਟੀ। ਕਿਹੜੇ 5 ਈਅਰ ਪਲਾਨ ਦੇ ਵਿੱਚ ਜੋ ਪਾਵਰਟੀ ਹੈ ਉਸ ਨੂੰ ਟॉप ਤੇ ਰੱਖਿਆ ਗਿਆ। ਇਸ ਦਾ ਕਰੈਕਟ ਆਨਸਰ ਹੈ ਜੀ 5th 5 ਈਅਰ ਪਲਾਨ। ਨੈਕਸਟ ਕੁਐਸਚਨ ਹੈ ਜੀ PURA ਏਮ ਟੂ। ਜੋ PURA ਆਰਗੇਨਾਈਜੇਸ਼ਨ ਹੈ ਇੱਕ ਪ੍ਰੋਗਰਾਮ ਹੈ ਉਸਦਾ ਮੇਨ ਏਮ ਕੀ ਸੀ। A strength urban infrastructure, B reduce overall poverty, C increase rural connectivity, D remove overall employment। ये PURA बेसिकली है कि ये है जी अपना प्रोविजन ऑफ अर्बन amenities to rural areas। ਮੀਨਸ ਜੋ ਰੂਰਲ ਏਰੀਆਜ਼ ਨੇ ਉਹਨਾਂ ਨੂੰ ਕੀ ਹੈ ਜੀ ਅਰਬਨ ਫੈਸਿਲਿਟੀ ਆਪਾਂ ਪ੍ਰੋਵਾਈਡ ਕਰਨੀ ਹੈ ਇਸ ਦੇ ਪ੍ਰੋਗਰਾਮ ਦੇ ਥਰੂ। ਇਜ਼ ਅ ਸਟ੍ਰੈਟਜੀ ਫੋਰ ਰੂਰਲ ਡਿਵੈਲਪਮੈਂਟ ਇਨ ਇੰਡੀਆ। ਦਿਸ ਕੰਸੈਪਟ ਵਾਜ਼ ਗਿਵਨ ਬਾਈ ਫਾਰਮਰ ਪ੍ਰੈਜ਼ੀਡੈਂਟ ਡਾਕਟਰ APJ ਅਬਦੁਲ ਕਲਾਮ। ਇਹ ਕੀ ਹੈ ਜੀ ਉਹ ਕੰਸੈਪਟ ਹੈ ਡਾਕਟਰ APJ ਅਬਦੁਲ ਕਲਾਮ ਦੁਆਰਾ ਦਿੱਤਾ ਗਿਆ। ਤਾਂ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਜੀ ਰੂਰਲ ਕਨੈਕਟੀਵਿਟੀ ਨੂੰ ਇਹ ਇਨਕਰੀਜ਼ ਕਰਨ ਦੇ ਲਈ ਬਣਾਇਆ ਗਿਆ ਪ੍ਰੋਗਰਾਮ। ਤਾਂ इसका करेक्ट आंसर किया जी ऑप्शन नंबर सी। नेक्स्ट क्वेश्चन है जी डेमोग्राफिक डिविडेंड एम्प्लॉयज़। ऑप्शन ए इम्प्रूवमेंट इन एम्प्लॉयबिलिटी ऑफ लेबर फोर्सेस, बी इंक्रीज इन द रेशो ऑफ लेबर फोर्स, सी ग्रेटर अवेलेबिलिटी ऑफ जॉब अपॉर्चुनिटीज़, डी ऑल द अबव। इसका करेक्ट आंसर है जी डी ऑल द अबव। नेक्स्ट क्वेश्चन है जी The Fiscal Responsibility and Budget Management Act aims to control A fiscal deficit, B public expenditure profligacy, and C revenue deficit, D private sector extravagance। is the correct answer है जी ऑप्शन नंबर B public expenditure profligacy। नेक्स्ट क्वेश्चन है जी द फोकस ऑफ 11th 5 ईयर प्लान वाज ए इंक्लूसिव ग्रोथ, बी हायर ग्रोथ, सी बैलेंस ग्रोथ एंड डी सेल्फ सफिशिएंट ग्रोथ। इसका करेक्ट आंसर है जी ऑप्शन ए इंक्लूसिव ग्रोथ। नेक्स्ट क्वेश्चन है जी द प्रेजेंट बेस ईयर फॉर कंपुटेशन ऑफ नेशनल इनकम एट कॉन्स्टेंट प्राइस। ये की है जी 2012 का करंट अफेयर का क्वेश्चन है। उदों जो सीगा बेस ईयर वो सी जी 2004 एंड 2005, बट जो अपना प्रेजेंट बेस ईयर है फॉर कैलकुलेटिंग इनकम नैशनल इनकम ये किहड़ा जी 2011 तो 2012। नैक्सट क्वेश्चन है जी द मोस्ट acceptable indicator of economic development is option A a rise in monetary national income, B a rise in real national income, C a rise in per capita monetary income, D a rise in real per capita income। is the correct answer है जी ऑप्शन नंबर D a rise in real per capita income। नेक्स्ट क्वेश्चन है जी इन्फ्लेशन measured in terms of WPI is called A core inflation, B food inflation, C headline inflation, D none of the above। is the correct answer है जी ऑप्शन नंबर C headline inflation। WPI ਹੁੰਦਾ ਕੀ ਹੈ ਜੀ बेसिकली wholesale price index। नेक्स्ट क्वेश्चन है जी द नेशनल इनकम स्टैटिस्टिक्स आर कंप्यूटेड बाय ए प्लानिंग कमीशन, B CSO, C NSSO and D all of them। is the correct answer है जी ऑप्शन नंबर B CSO की है जी सेंट्रल स्टैटिस्टिक्स ऑफिस जिसका हैडकुआटर कितने है जी न्यू दिल्ली। नेक्स्ट क्वेश्चन है जी ऑफ द फॉलोइंग विच इज़ द मोस्ट इंपोर्टेंट सोर्स ऑफ सेविंग। इन्होंने किहड़ा सोर्स है जी सेविंग का।
A. Household, B. Corporate sector, C. Government, and D. None of the above. Is the correct answer is option A. Households. Next question है जी, the objectives of national manufacturing policy is to increase, option A है जी, increase growth of manufacturing sector to 12 to 14% in the medium period. B. Enable manufacturing to contribute at least 25% of GDP by 2022, and C. Enhance global competitiveness of Indian manufacturing, and D. all of the above. Is the correct answer है जी all of the above. Next question है जी, which of the following ports has been developed as 12th major port of India? ਇਹਨਾਂ ਵਿੱਚੋਂ ਕਿਹੜਾ ਪੋਰਟ ਹੈ ਜਿਹੜਾ ਇੰਡੀਆ ਦਾ 12ਵਾਂ ਮੇਜਰ ਪੋਰਟ ਬਣਾਇਆ ਗਿਆ ਹੈ? A. ਤੂਤੀਕੋਰਿਨ, B. ਜਵਾਹਰ ਨਹਿਰੂ, C. ਐਨੌਰ, D. ਕੰਡਲਾ. ਇਸ ਦਾ ਕਰੈਕਟ ਆਨਸਰ ਹੈ ਜੀ ਐਨੌਰ. ਇਹ ਪੋਰਟ ਨੂੰ ਕੀ ਹੈ ਜੀ ਇੰਡੀਆ ਦਾ 12th ਮੇਜਰ ਪੋਰਟ ਬਣਾਇਆ ਗਿਆ. ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ ਨਾਟ ਕਰੈਕਟਲੀ ਮੈਚਡ? ਬਲੂ ਰੈਵੋਲੂਸ਼ਨ ਕਾਹਦੇ ਨਾਲ ਰਿਲੇਟਡ ਸੀ ਜੀ? ਫਿਸ਼ਸ ਨਾਲ, ਤਾਂ ਇਹ ਵੀ ਠੀਕ ਹੈ. ਯੈਲੋ ਰੈਵੋਲੂਸ਼ਨ ਰਿਲੇਟਡ ਸੀ ਆਇਲ ਸੀਡਸ ਨਾਲ, ਇਹ ਵੀ ਠੀਕ ਹੈ. ਐਂਡ ਗੋਲਡ ਰੈਵੋਲੂਸ਼ਨ ਰਿਲੇਟਡ ਸੀ ਜੀ ਫਰੂਟਸ ਐਂਡ ਵੈਜੀਟੇਬਲ ਨਾਲ, ਇਹ ਵੀ ਠੀਕ ਆ ਗਈ. ਐਂਡ ਡੀ ਆਪਸ਼ਨ ਹੈ ਜੋ ਵਾਈਟ ਰੈਵੋਲੂਸ਼ਨ ਰਿਲੇਟਡ ਟੂ ਕੋਟਨ, ਇਹ ਫਾਲਸ ਹੈ ਜੀ. ਜੋ ਵਾਈਟ ਰੈਵੋਲੂਸ਼ਨ ਸੀ ਇਹ ਕੀ ਸੀ ਜੀ ਮਿਲਕ ਪ੍ਰੋਡਕਸ਼ਨ ਨਾਲ ਰਿਲੇਟਡ ਸੀ, ਤਾਂ ਇੱਥੇ ਆਪਣਾ ਕਰੈਕਟ ਆਨਸਰ ਕੀ ਹੋਵੇਗਾ ਜੀ ਆਪਸ਼ਨ ਨੰਬਰ ਡੀ. ਨੈਕਸਟ ਕੁਐਸਚਨ ਹੈ ਜੀ, which one of the following is considered as best indicator of development? A. infant mortality, B. female literacy, C. per capita income, and D. degree of urbanization. ਕਿਹੜਾ ਬੈਸਟ ਇੰਡੀਕੇਟਰ ਹੈ ਜੀ ਡਿਵੈਲਪਮੈਂਟ ਦਾ? ਇਸ ਦਾ ਕਰੈਕਟ ਆਨਸਰ ਹੈ ਜੀ ਆਪਸ਼ਨ ਨੰਬਰ A. ਇਨਫੈਂਟ ਮੋਰਟੈਲਿਟੀ. ਇਨਫੈਂਟ ਮੋਰਟੈਲਿਟੀ ਬੇਸਿਕਲੀ ਹੁੰਦੀ ਕੀ ਹੈ ਜੀ? ਇਜ਼ ਦਾ ਡੈਥ ਆਫ ਐਨ ਇਨਫੈਂਟ ਬਿਫੋਰ his or her first birthday. Next question है जी, criteria used by census of India to designate settlement as urban are population size of 5,000 persons, and second की है जी more than 75% of male work force engaged in non-agriculture activities, and third है जी density of 600 persons per square kilometer. ਅਸੀਂ ਇੱਥੇ ਦੇਖਣਾ ਕਿਹੜੇ ਕ੍ਰਾਈਟੀਰੀਆ ਇੱਕ ਅਰਬਨ ਸੈਟਲਮੈਂਟ ਨੂੰ ਡਿਜ਼ਾਈਨੇਟਡ ਕਰਨ ਦੇ ਲਈ ਇੱਥੇ ਸਹੀ ਨੇ, ਕਿਹੜੇ ਗਲਤ ਨੇ. ਜੋ ਫਸਟ ਹੈਗਾ ਇੱਥੇ ਕੀ ਹੈ ਜੀ 5000 ਪਰਸਨ ਹੋਣੇ ਚਾਹੀਦੇ ਨੇ, ਇਹ ਕ੍ਰਾਈਟੀਰੀਆ ਸਹੀ ਹੈ. ਐਂਡ ਸੈਕਿੰਡ ਇੱਥੋਂ ਦੀ ਜੋ 75% ਮੇਲ ਵਰਕਫੋਰਸ ਹੈ ਉਹ ਨੋਨ ਐਗਰੀਕਲਚਰ ਸੈਕਟਰ ਵਿੱਚ ਹੋਣੀ ਚਾਹੀਦੀ ਹੈ, ਇਹ ਵੀ ਸਹੀ ਹੈ. ਐਂਡ ਜੋ ਥਰਡ ਹੈਗਾ ਅਰਬਨ ਏਰੀਆ ਦੀ ਜੋ ਡੈਂਸਿਟੀ ਹੈ 600 ਪਰਸਨ ਪਰ ਸਕੁਅਰ ਕਿਲੋਮੀਟਰ ਹੋਣੀ ਚਾਹੀਦੀ ਹੈ, ਇਹ ਫਾਲਸ ਹੈ ਜੀ. ਤਾਂ ਆਪਾਂ ਕਿਹੜੀ ਇੱਥੇ ਆਪਸ਼ਨ ਟਿਕ ਕਰਾਂਗੇ? ਆਪਸ਼ਨ ਨੰਬਰ A ਫਸਟ ਐਂਡ ਸੈਕਿੰਡ. ਨੈਕਸਟ ਕੁਐਸਚਨ ਹੈ ਜੀ, ਵਿਚ ਵਨ ਆਫ ਦਾ ਫੋਲੋਇੰਗ ਗੈਸਿਸ ਇਜ਼ ਹੈਵੀਅਰ ਦੈਨ ਅਦਰਸ? ਇਹਨਾਂ ਵਿੱਚੋਂ ਕਿਹੜੀ ਸਭ ਤੋਂ ਜ਼ਿਆਦਾ ਹੈਵੀ ਗੈਸ ਹੈ ਜੀ? ਇਹ ਕਿਹੜੀ ਹੈ ਜੀ? ਆਪਸ਼ਨ ਨੰਬਰ A ਕਾਰਬਨ ਡਾਈਆਕਸਾਈਡ. ਨੈਕਸਟ ਕੁਐਸਚਨ ਹੈ ਜੀ, ਦਾ ਨੋਰਮਲ ਲਪਸ ਰੇਟ ਥਰੂ ਦਾ troposphere is option A 1 degree Celsius per 150 meters ascent, B 3 degree Celsius per 500 meter ascent. is the correct answer है जी option number C 6.5 degree Celsius per 1000 meter ascent. नेक्स्ट क्वेश्चन है जी, विच वन ऑफ द फॉलोइंग गैसेज इज़ नॉट ग्रीन हाउस गैसेज? इन्हां चों किहड़ी गैस है जिहड़ी ग्रीन हाउस गैस नहीं हैगी? ओजोन ये भी हैगी है, मीथेन ये भी हैगी है, नाइट्रस ऑक्साइड ये भी हैगी है, एंड क्लोरीन की है जी नहीं हैगी. तो इसका करेक्ट आंसर किया जी ऑप्शन नंबर डी.
ਨੈਕਸਟ ਕੁਐਸਚਨ ਹੈ ਜੀ ਕੰਬਸ਼ਨ ਆਫ ਕੋਲ ਐਂਡ ਆਇਲ ਰਿਲੀਜ਼ਸ, ਜਦੋਂ ਕੋਲ ਐਂਡ ਆਇਲ ਦੀ ਕੰਬਸ਼ਨ ਹੁੰਦੀ ਹੈ ਮੀਨਸ ਇਸ ਨੂੰ ਬਚਾਇਆ ਜਾਂਦਾ ਹੈ ਤਾਂ ਇਸ ਵਿੱਚੋਂ ਕੀ ਰਿਲੀਜ਼ ਹੁੰਦਾ ਹੈ? ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦਾ ਹੈ? ਨਹੀਂ, ਇਹ ਨਹੀਂ ਹੁੰਦਾ। ਸਲਫਰ ਡਾਈਆਕਸਾਈਡ, ਹਾਂਜੀ ਇਹ ਕੀ ਹੈ ਜੀ ਰਿਲੀਜ਼ ਹੁੰਦਾ, ਤਾਂ ਇਹਦਾ ਕਰੈਕਟ ਆਂਸਰ ਕੀ ਹੋਵੇਗਾ ਜੀ ਸਲਫਰ ਡਾਈਆਕਸਾਈਡ। ਨੈਕਸਟ ਕੁਐਸਚਨ ਕੀ ਹੈ ਜੀ ਵਿਚ ਇਜ਼ ਦਾ ਕਰੈਕਟ ਸੀਕੁਐਂਸ ਆਫ ਲੇਅਰਸ ਆਫ ਐਟਮੋਸਫੀਅਰ ਫਰੋਮ ਦਾ ਅਰਥ ਸਰਫੇਸ, ਅਰਥ ਦੇ ਸਰਫੇਸ ਤੋਂ ਉੱਪਰ ਵੱਲ ਜਾਂਦੇ ਹੋਏ ਕਿਹੜੀਆਂ ਲੇਅਰਸ ਆਉਂਦੀਆਂ ਉਹਨਾਂ ਨੂੰ ਆਪਾਂ ਕੀ ਹੈ ਜੀ ਇੱਕ ਸੀਕੁਐਂਸ ਦੇ ਵਿੱਚ ਲਗਾਉਣਾ। ਸਭ ਤੋਂ ਪਹਿਲਾਂ ਕਿਹੜੀਆਂ ਹੁੰਦੀਆਂ ਜੀ ਟ੍ਰੋਪੋਸਫੀਅਰ, ਫਿਰ ਸਟ੍ਰੈਟੋਸਫੀਅਰ, ਫਿਰ ਮੈਸੋਸਫੀਅਰ, ਫਿਰ ਥਰਮੋਸਫੀਅਰ ਐਂਡ ਦੈਨ ਲਾਸਟ ਇਜ਼ ਦਾ ਐਕਸੋਸਫੀਅਰ। ਤਾਂ ਇੱਥੇ ਕਰੈਕਟ ਆਂਸਰ ਕਿਹੜਾ ਜੀ ਆਪਸ਼ਨ ਨੰਬਰ ਡੀ, ਤੁਸੀਂ ਮੈਚ ਕਰਕੇ ਦੇਖ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ ਜਨਰਲੀ ਦਾ ਕੋਰਲ ਪਲਿਪਸ ਆਰ ਫਾਊਂਡ ਬਿਟਵੀਨ ਲੈਟੀਟਿਊਡ ਆਫ, ਜੋ ਕੋਰਲ ਪਲਿਪਸ ਨੇ ਉਹ ਕਿੰਨੇ ਲੈਟੀਟਿਊਡ ਦੇ ਵਿੱਚ ਪਾਈਆਂ ਜਾਂਦੀਆਂ? ਜੋ ਕੋਰਲ ਪਲਿਪਸ ਨੇ ਇਹ ਬੇਸਿਕਲੀ ਕੀ ਨੇ ਜੀ ਟ੍ਰੋਪੀਕਲ ਰੀਜਨਸ ਦੇ ਵਿੱਚ ਪਾਈਆਂ ਜਾਂਦੀਆਂ, ਜਿਹੜਾ ਕੀ ਹੈ ਜੀ ਮੀਨਸ ਆ ਆਪਣੀ ਅਰਥ ਹੈ ਜੀ ਇਹ ਹੈ ਇਕੁਏਟਰ ਐਂਡ ਇੱਥੋਂ ਕੀ ਹੈ ਜੀ ਆਪਣਾ ਟ੍ਰੋਪਿਕ ਆਫ ਕੈਂਸਰ ਪਾਸ ਕਰਦੀ ਹੈ ਐਂਡ ਇੱਥੋਂ ਕੀ ਹੈ ਜੀ ਟ੍ਰੋਪਿਕ ਆਫ ਕੈਪਰੀਕੌਨ ਪਾਸ ਕਰਦੀ ਹੈ ਐਂਡ ਜੋ ਇਹ ਪਾਏ ਜਾਂਦੇ ਨੇ ਇਹ ਇਸ ਵਾਲੇ ਰੀਜਨ ਦੇ ਵਿੱਚ ਪਾਏ ਜਾਂਦੇ ਨੇ ਮੀਨਸ ਫਰੋਮ 20 degree northern latitude and 25 degree northern latitude and 25 degree southern latitude, ਤਾਂ ਇਸਦਾ ਕਰੈਕਟ ਆਂਸਰ ਹੈ ਜੀ ਆਪਸ਼ਨ ਸੀ। ਨੈਕਸਟ ਕੁਐਸਚਨ ਹੈ ਜੀ ਵਿਚ ਵਨ ਆਫ ਦਾ ਫੋਲੋਇੰਗ ਟਾਈਪ ਆਫ ਕਲਾਉਡਸ ਇਜ਼ often accompanied by heavy rain, ਕਿਹੜੀ ਟਾਈਪ ਦੇ ਕਲਾਉਡਸ ਨਾਲ ਬਹੁਤ ਜ਼ਿਆਦਾ ਹੈਵੀ ਰੇਨ ਆਉਂਦੀ ਹੈ? ਇਸ ਦਾ ਕਰੈਕਟ ਆਂਸਰ ਹੈ ਜੀ ਆਪਸ਼ਨ ਏ ਕੋਮੂਲੋਨੀਮਬਸ। ਇਹ ਟਫ ਜਿਹਾ ਨਾਮ ਇਸ ਕੁਐਸਚਨ ਦਾ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਹੈ ਜੀ ਦਾ ਸਬਸਿਸਟੈਂਸ ਐਗਰੀਕਲਚਰ ਇਜ਼ ਕਰੈਕਟਰਾਈਜ਼ਡ ਬਾਏ ਫਸਟ ਸਮਾਲ ਐਂਡ scattered holding, second majority of farmer practice it, third most of food production is marketed। जो फर्स्ट ऑप्शन है स्मॉल एंड स्कैटर्ड होल्डिंग ये भी की है जी करैक्ट है एंड सैकेंड की है जी बहुत फार्मर इसमें प्रैक्टिस करते हैं ये भी करैक्ट है, पर जो थर्ड ऑप्शन है फूड मार्केट जाके बेचा जाता है ये क्या है जी फॉल्स है। तो इसका करैक्ट आंसर की है जी फर्स्ट एंड सैकेंड ओनली मीन्स ऑप्शन नंबर बी। नैक्सट क्वेश्चन है जी ह्यूमन डेवलपमेंट इंडेक्स HDI इज़ अ कंपोजिट मेजर ऑफ लाइफ एक्सपैक्टेंसी, एजुकेशनल अटेनमेंट, स्टैंडर्ड ऑफ लिविंग। ये तीनों की ने जी ऑप्शंस करैक्ट ने, तो इसका करैक्ट आंसर की होगा जी ऑप्शन नंबर डी। नैक्सट क्वेश्चन है जी मैक्सिमम वाटर वेपर दैट एग्जिस्ट इन एटमोसफीयर वाई इट्स वॉल्यूम ऑफ एयर इज़, कितना मैक्सिमम जो वाटर वेपर ਦੇ ਵਿੱਚ ਕੀ ਹੈ ਜੀ एयर ਦੇ वॉल्यूम ਦੇ ਅਕੋਰਡਿੰਗ ਕਿੰਨੇ % ਉਸ ਦੇ ਵਿੱਚ ਵਾਟਰ ਪਾਇਆ ਜਾ ਸਕਦਾ ਹੈ? ਇਸ ਦਾ ਕਰੈਕਟ ਆਂਸਰ ਹੈ ਜੀ ਆਪਸ਼ਨ ਨੰਬਰ ਬੀ 3 to 4%। ਮੀਨਸ ਇਸ ਬਾਕਸ ਦੇ ਵਿੱਚ ਅਗਰ ਕੀ ਹੈ ਜੀ 에ਅਰ ਹੈ ਇਹਦੇ ਵਿੱਚ ਮੈਕਸਿਮਮ ਜੋ ਮੋਇਸਚਰ ਹੈ ਵਾਟਰ वेपर ਪਾਇਆ ਜਾ ਸਕਦਾ ਹੈ ਉਹ ਕੀ ਹੈ ਜੀ ਸਿਰਫ 3 to 4% ਹੀ ਪਾਇਆ ਜਾ ਸਕਦਾ ਹੈ। ਨੈਕਸਟ ਕੁਐਸਚਨ ਹੈ ਜੀ horse latitude are characterized by high pressure conditions, subsidence and filling of air, calm condition with feeble winds। ਇਹਨਾਂ ਵਿੱਚ ਕਿਹੜੀਆਂ ਠੀਕ ਨੇ ਜੀ ਹਾਈ ਪ੍ਰੈਸ਼ਰ ਕੰਡੀਸ਼ਨ ਇਹ ਵੀ ਠੀਕ ਹੈ ਜੀ, ਸਬਸਿਡੈਂਸ ਐਂਡ ਪਿਲਿੰਗ ਏਅਰ ਇਹ ਵੀ ਠੀਕ ਹੈ ਜੀ, ਕਾਮ ਕੰਡੀਸ਼ਨ ਵਿਦ ਫੀਬਲ ਵਾਈਂਡਸ ਇਹ ਵੀ ਠੀਕ ਹੈ। ਤਾਂ ਇਸਦਾ ਕਰੈਕਟ ਆਂਸਰ ਕੀ ਹੋਵੇਗਾ ਜੀ ਆਪਸ਼ਨ ਡੀ ਫਸਟ ਸੈਕਿੰਡ ਐਂਡ थर्ड। नेक्स्ट क्वेश्चन है जी इन द 2012 US presidential election Barack Obama and Mitt Romney obtained how many electoral votes? is the correct answer है जी ऑप्शन नंबर ए
303 एंड 206 रेस्पैक्टिवली। जो ये दो ऑप्शन हैं ये तो बिल्कुल फॉल्स ने, क्योंकि इन्ने उत्थे इलैक्टोरल वोट्स है ही नहीं, मीनस किसी भी कंट्री के इन्ने इलैक्टोरल वोट्स ने जो होंदियां ही नहीं। तो ये की है जी फॉल्स ने दोनों ऑप्शनस। इन्हां विचों असीं करैक्ट चूज करनी है, तो ये अब ए की है जी करैक्ट है। नैक्सट क्वेश्चन है जी, विच पॉलिटिशियन लीडर रिसेंटली stirred a controversy by allegedly terming Lord Trump as bad husband। 2012 ਦਾ ਇਹ ਕਰੰਟ ਅਫੇਅਰ ਹੈ ਜੀ। ਕਿਹੜੇ ਲੀਡਰ ਨੇ ਕੰਟਰੋਵਰਸੀ ਛੇੜੀ ਸੀਗੀ ਭਗਵਾਨ ਰਾਮ ਨੂੰ ਇੱਕ ਬੈਡ ਹਸਬੈਂਡ ਕਹਿ ਕੇ? ਇਹ ਨੇ ਜੀ ਰਾਮ ਜੇਠਮਲਾਨੀ। तो इसका करेक्ट आंसर की है जी ऑप्शन सी। नेक्स्ट क्वेश्चन है जी, इन इंग्लैंड a bronze bust of Indian origin woman was unveiled in London recently for her service in France during World War II। her name is option A बलवीर कौर, B नूर इनायत खान, C दलीप कौर एंड D नरगिस फातिमा। ਇੰਗਲੈਂਡ ਦੇ ਵਿੱਚ ਕੀ ਹੈ ਜੀ, ਇੱਕ ਲੇਡੀ ਦੀ ਬ੍ਰੌਂਜ਼ ਬਸਟ ਪਾਈ ਗਈ ਹੈ ਜਿਹੜੀ ਕਿ ਫਰਾਂਸ ਦੇ ਵਿੱਚ ਵਰਲਡ ਵਾਰ ਦੇ ਵਿੱਚ ਜਿਹਨੇ ਪਾਰਟਿਸਪੇਸ਼ਨ ਦਿੱਤੀ ਸੀ ਆਪਣੀ। ਉਹਦਾ ਨਾਮ ਕੀ ਹੈ ਜੀ? ਆਪਸ਼ਨ ਨੰਬਰ B ਨੂਰ ਇਨਾਇਤ ਖਾਨ। ਨੈਕਸਟ ਕੁਐਸਚਨ ਹੈ ਜੀ, ਇਮੀਡੀਏਟਲੀ ਆਫਟਰ ਸੈਂਡੀ which new storm caused heavy rains in ਨਿਊਯਾਰਕ। 2012 ਦੇ ਵਿੱਚ ਕੀ ਹੋਇਆ ਸੀ ਜੀ, ਨਿਊਯਾਰਕ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਰੇਨਫੋਲਸ ਹੋਈਆਂ ਸੀ ਡਿਊ ਟੂ ਸਟੋਰਮਸ। ਸਭ ਤੋਂ ਪਹਿਲਾਂ ਉੱਥੇ ਕੀ ਹੈ ਜੀ, ਇੱਕ ਸੈਂਡੀ ਨਾਮ ਦਾ ਸਟੋਰਮ ਆਇਆ, ਜਿਸ ਤੋਂ ਬਾਅਦ ਹੋਰ ਕਈ ਸਟੋਰਮਸ ਆਏ ਐਂਡ ਉਸ ਤੋਂ ਆਫਟਰ ਕਿਹੜਾ ਸਟੋਰਮ ਆਇਆ ਸੀਗਾ ਜਿਸ ਦੇ ਕਾਰਨ ਹੈਵੀ ਰੇਨਫਾਲ ਹੋਇਆ ਸੀ, ਉਸ ਦਾ ਅਸੀਂ ਨਾਮ ਦੱਸਣਾ। ਇਸ ਦਾ ਨਾਮ ਹੈ ਜੀ ਅਥੇਨਾ, सी ऑप्शन। नेक्स्ट क्वेश्चन है जी, डोल ड्रम इज़ अ जोन ऑफ। डोल ड्रम किहड़े जोन नूं कहा जाता है जी? इस दा डायरैक्ट आंसर है जी ऑप्शन नंबर B इंटर ट्रॉपिकल कन्वर्जेंस जोन। इसनूं डोल ड्रम जोन कहा जाता है। अज दे इस क्वेश्चन दे विच असीं 50 क्वेश्चन डिस्कस कीते जी। आई होप तुहानूं बड़ी चंगी तरह समझ आए होणगे। सो थैंक्स फॉर वॉचिंग दिस वीडियो। गॉड ब्लैस यू ऑल।